ਦੀਪਕ ਜੀ ਬਹੁਤ ਬਹੁਤ ਸਵਾਗਤ ਰੀਅਲ ਇਨਫੋ ਦੇ ਸਟੂਡੀਓ 'ਚ। ਧੰਨਵਾਦ ਰੀਅਲ ਇਨਫੋ ਦਾ, ਇਹਨਾਂ ਨੇ ਸਾਨੂੰ ਸਟੂਡੀਓ ਦਿੱਤਾ। ਤੇ ਤੁਹਾਡਾ ਅਕਾਊਂਟਿੰਗ ਇਨ ਪ੍ਰੈਕਟੀਕਲ ਵੇ ਟੀਚਰ ਟ੍ਰੇਨਿੰਗ ਵਿੱਚ ਧੁੰਮਾਂ ਮਚਾ ਰਿਹਾ ਹੈ, ਮਗਰ ਅਸੀਂ ਚਾਹੁੰਦੇ ਹਾਂ ਕਿ ਜੋ ਤੁਸੀਂ ਉੱਥੇ ਡਿਟੇਲ ਵਿੱਚ ਤੇ ਪ੍ਰੈਕਟੀਕਲ ਵੇ ਨਾਲ ਅਕਾਊਂਟਿੰਗ ਨੂੰ ਦੱਸਿਆ ਹੈਗਾ ਆ, ਉਹ ਸਾਡੇ ਸਰੋਤਾ ਵੀ ਸੁਣਨ ਤੇ ਦਰਸ਼ਕਾਂ ਤੱਕ ਤੋਂ ਲਾਹਾ ਲੈਂਦੇ ਰਹਿਣ। ਖਾਸ ਕਰਕੇ ਹਜ਼ਾਰਾਂ ਬੱਚਿਆਂ ਤੱਕ ਇਹ ਪਹੁੰਚੇਗਾ। ਟੀਚਰਸ ਵੀ ਇਹਨੂੰ ਜਾਣਨਾ ਚਾਹੁੰਦੇ ਹੈਗੇ ਆ, ਖਾਸ ਕਰਕੇ ਜਿਹੜੇ ਨਵੇਂ ਸਾਡੇ ਅਕਾਊਂਟਿੰਗ ਵਿੱਚ ਆਏ ਹੋਏ ਲੈਕਚਰਰ ਹੈਗੇ ਨੇ, ਕਮਰਸ ਲੈਕਚਰਰ ਹੈਗੇ ਨੇ, ਉਹ ਬਹੁਤ ਜਾਣਦੇ ਹੈਗੇ ਕਿ ਅਕਾਊਂਟਿੰਗ ਨੂੰ ਪ੍ਰੈਕਟੀਕਲ ਵੇ ਨਾਲ ਜਾਣਨ। ਤੇ ਸਵਾਗਤ ਹੈ ਦੀਪਕ ਕੁਮਾਰ ਜੀ। ਹਾਂਜੀ ਜੀ, ਧੰਨਵਾਦ ਅੰਮ੍ਰਿਤਪਾਲ ਜੀ। ਜਿਸ ਤਰ੍ਹਾਂ ਕਿ ਸਾਨੂੰ ਵਿਭਾਗ ਵੱਲੋਂ ਅਲੱਗ-ਅਲੱਗ ਡਿਊਟੀਆਂ ਅਸਾਈਨ ਕੀਤੀਆਂ ਜਾਂਦੀਆਂ ਨੇ ਤੇ ਕਮਰਸ ਸਾਡਾ ਸਬਜੈਕਟ ਹੈ ਤੇ ਜ਼ਿਆਦਾਤਰ ਬੱਚੇ ਉਸੇ ਚੀਜ਼ ਨੂੰ ਪੜ੍ਹਦੇ ਨੇ ਜਿਹਦਾ ਉਹਨਾਂ ਨੂੰ ਲੱਗਦਾ ਹੈ ਕਿ ਪ੍ਰੈਕਟੀਕਲ ਲਾਈਫ ਦੇ ਵਿੱਚ ਵਰਤੋਂ ਕੀਤੀ ਜਾ ਸਕੇ। ਤੇ ਇਸ ਕਰਕੇ ਮੈਂ ਆਪਣਾ ਟੌਪਿਕ ਜਿਹੜਾ ਇਸ ਤਰੀਕੇ ਦਾ ਸ਼ੁਰੂ ਕੀਤਾ ਸੀਗਾ ਤਾਂ ਕਿ ਜਿਹੜਾ ਹੈਗਾ ਵਾ ਉਹ ਬੱਚਿਆਂ ਨੂੰ ਪੂਰਾ ਸਮਝ ਆ ਜਾਏ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਅਕਾਊਂਟਸ ਦਾ ਕਿਵੇਂ ਵਰਤੋਂ ਕਰਨੀ ਉਹਨੂੰ ਕਰ ਸਕਣ। ਹੁਣ ਜਿਸ ਤਰ੍ਹਾਂ ਕਿ ਅਸੀਂ ਗੱਲ ਕਰੀਏ ਅਕਾਊਂਟਸ ਦੀ ਜੀ, ਤੇ ਅਕਾਊਂਟਸ ਹੁੰਦਾ ਕੀ ਹੈ? ਬੇਸਿਕਲੀ ਅਕਾਊਂਟਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਕ ਸਮਰੀ ਤਿਆਰ ਕਰੀਦੀ ਹੈ ਤੇ ਉਹਨੂੰ ਐਨਾਲਾਈਜ਼ ਕਰੀਦਾ ਜਿੰਨੀਆਂ ਵੀ ਜਿਹੜੀਆਂ ਸਾਡੀਆਂ ਫਾਈਨੈਂਸ਼ੀਅਲ ਜਿਹੜੀਆਂ ਟ੍ਰਾਂਜੈਕਸ਼ਨ ਹੁੰਦੀਆਂ ਨੇ। ਜੀ, ਕਿਉਂਕਿ ਇਹਨਾਂ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੇ ਜਿਹੜੇ ਬਿਜ਼ਨਸ ਨੂੰ ਉਹ ਵਧੀਆ ਤਰੀਕੇ ਨਾਲ ਜਿਹੜਾ ਉਹ ਕਰ ਸਕੀਏ। ਹੁਣ ਅਕਾਊਂਟਸ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਵਾ ਕਿ ਜਿਹੜੀਆਂ ਸਾਡੇ ਕੋਲ ਜਿਹੜੀਆਂ ਮੇਜਰ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਆਉਂਦੀਆਂ ਨੇ, ਸਭ ਨਾਲ ਪਹਿਲੇ ਸਾਡੇ ਕੋਲ ਦੋ ਚੀਜ਼ਾਂ ਵਾ ਜਿਹੜੀਆਂ ਅਕਾਊਂਟਿੰਗ ਦੇ ਵਿੱਚ ਹੁੰਦੀਆਂ। ਇੱਕ ਹੁੰਦੀਆਂ ਬੈਲੈਂਸ ਸ਼ੀਟ ਹੈ ਜੀ, ਠੀਕ ਹੈ ਜੀ। ਦੂਸਰਾ ਹੈਗਾ ਪ੍ਰੋਫਿਟ ਐਂਡ ਲੋਸ। ਪਰ ਅਸੀਂ ਤੁਹਾਡੇ ਕੋਲ ਪ੍ਰੈਕਟੀਕਲੀ ਜਾਣਨਾ ਚਾਹਾਂਗੇ ਨਾ ਇਹ ਚੀਜ਼ਾਂ ਨੂੰ। ਅਸੀਂ ਕਿਉਂਕਿ ਬੱਚਿਆਂ ਨੂੰ ਪ੍ਰੋਬਲਮ ਕੀ ਆਉਂਦੀ ਆ ਕਿ ਜਦੋਂ ਬੱਚਾ +1 ਚ ਪਹਿਲੀ ਵਾਰ ਆਇਆ ਨਾ, ਉਹਦੇ ਲਈ ਸਾਰਾ ਕੁਝ ਨਵਾਂ ਹੈਗਾ ਹੈ। ਹਜੇ ਸਾਇੰਸ ਵਿੱਚ ਬਹੁਤ ਕੁਝ ਉਹ ਸਿੱਖ ਕੇ ਆਉਂਦਾ ਹੈਗਾ ਆ, ਹਿਊਮੈਨਿਟੀਜ਼ ਵਿੱਚ ਉਹ ਬਹੁਤ ਕੁਝ ਸਿੱਖ ਕੇ ਆਉਂਦਾ ਹੈਗਾ, ਮਗਰ ਜਿਹੜੇ ਤੁਸੀਂ ਹੁਣ ਵਰਡ ਦੱਸਣ ਲੱਗੇ ਜੇ ਨਾ ਬੈਲੈਂਸ ਸ਼ੀਟ ਤੇ ਪ੍ਰੋਫਿਟ ਲਾਸ, ਕਈ ਵਾਰ ਹੋ ਸਕਦਾ ਬੱਚੇ ਨੇ ਸੁਣੀ ਪਹਿਲੀ ਵਾਰ ਹੋਣ। ਹਾਂਜੀ, ਕਿਉਂਕਿ ਇਸ ਚੀਜ਼ ਦਾ ਜਿਹੜਾ ਨਾ ਦਿਮਾਗ ਦੇ ਵਿੱਚ ਬੱਚਿਆਂ ਦੇ ਵਿੱਚ ਬੜਾ ਰਹਿੰਦਾ ਵਾ ਕਿ ਬੈਲੈਂਸ ਸ਼ੀਟ ਤੇ ਕਦੋਂ ਅਸੀਂ ਬਣਾਉਣੀ ਹੈ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਅਸੀਂ ਹੁੰਦੀਆਂ ਨੇ, ਤੇ ਦੂਸਰਾ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚ ਮੇਨਟੇਨ ਕਰਨਾ। ਜਿੰਨਾ ਚਿਰ ਬੱਚਾ ਜਿਹੜਾ ਇਹ ਜਿਹੜੀਆਂ ਦੋਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਵਾ ਉਹ ਡਿਫਰੈਂਸ ਕਰਨਾ ਨਹੀਂ ਸਿੱਖੂਗਾ ਤੇ ਉਨੀ ਦੇਰ ਤੱਕ ਉਹ ਅਕਾਊਂਟ ਨੂੰ ਨਹੀਂ ਸਮਝ ਸਕਦਾ। ਠੀਕ ਹੈ, ਬੈਲੈਂਸ ਸ਼ੀਟ ਤੇ ਪ੍ਰੋਫਿਟ ਐਂਡ ਲੋਸ। ਠੀਕ ਹੈ। ਹੁਣ ਜਿਵੇਂ ਅਸੀਂ ਅਕਾਊਂਟਿੰਗ ਦਾ ਜਿਹੜਾ ਇੱਕ ਪ੍ਰੋਸੈਸ ਹੈ ਜਿਹੜਾ ਚੱਲਦਾ ਵਾ, ਸਭ ਨਾਲ ਪਹਿਲੇ ਸਾਡੇ ਕੋਲ ਅਕਾਊਂਟਿੰਗ ਦੇ ਵਿੱਚ ਕੀ ਆ ਜਾਂਦਾ ਵਾ, ਸੋਰਸ ਡਾਕੂਮੈਂਟ। ਜੀ, ਸੋਰਸ ਡਾਕੂਮੈਂਟ ਕਿਹਨੂੰ ਕਹਿ ਰਹੇ ਜੇ ਤੁਸੀਂ? ਸੋਰਸ ਡਾਕੂਮੈਂਟ ਹੁੰਦਾ ਵਾ ਕਿ ਜੇਕਰ ਕੋਈ ਟ੍ਰਾਂਜੈਕਸ਼ਨ ਹੋਈ ਹੈ, ਬੇਸਿਕਲੀ ਬਿਜ਼ਨਸ ਤੁਹਾਨੂੰ ਪਤਾ ਉਹਦੇ ਵਿੱਚ ਪਾਰਟਨਰ ਵੀ ਬੜੇ ਹੁੰਦੇ ਨੇ, ਜਾਂ ਅਸੀਂ ਆਪਣੇ ਲੈਵਲ ਦੇ ਉੱਤੇ ਵੀ ਦੇਖੀਏ ਕਿ ਬਿਜ਼ਨਸ ਅਸੀਂ ਕਰਨਾ ਚਾਹੀਏ ਤੇ ਸਾਨੂੰ ਕੀ ਹੁੰਦਾ ਵਾ ਕਿ ਅਸੀਂ ਹਰ ਇੱਕ ਚੀਜ਼ ਦਾ ਇੱਕ ਹਿਸਾਬ ਰੱਖਣਾ ਹੁੰਦਾ ਜੀ, ਠੀਕ ਹੈ ਜੀ। ਹਿਸਾਬ ਰੱਖਣ ਵਾਸਤੇ ਸਾਡੇ ਕੋਲ ਉਹਦਾ ਕੋਈ ਪ੍ਰੂਫ ਹੋਣਾ ਚਾਹੀਦਾ। ਜਿੰਨਾ ਚਿਰ ਸਾਡੇ ਕੋਲ ਉਸ ਦਾ ਪ੍ਰੂਫ ਨਹੀਂ ਹੋਏਗਾ ਤੇ ਅਸੀਂ ਉਹਨੂੰ ਕਿਵੇਂ ਮੈਚ ਕਰਾਂਗੇ? ਤੇ ਬੇਸਿਕਲੀ ਅਸੀਂ ਸੋਰਸ ਡਾਕੂਮੈਂਟ ਇੱਕ ਤਰ੍ਹਾਂ ਦਾ ਪ੍ਰੂਫ ਹੁੰਦਾ ਵਾ ਜਿਹੜਾ ਬਿੱਲ ਵਗੈਰਾ ਮਿਲਦੇ ਹੋ। ਹਾਂ, ਜਿਵੇਂ ਵਾਊਚਰ ਹੋ ਗਿਆ, ਸਾਡੇ ਕੋਲ ਰਿਸਿਪਟ ਹੋ ਗਈਆਂ, ਉਹ ਸਾਰੇ ਸਾਡੇ ਸੋਰਸ ਡਾਕੂਮੈਂਟ ਹੁੰਦੇ ਨੇ। ਠੀਕ ਹੈ। ਹੁਣ ਸੋਰਸ ਡਾਕੂਮੈਂਟ ਸਾਡੇ ਕੋਲ ਆ ਗਿਆ, ਬੱਚੇ ਕੋਲ ਆ ਗਿਆ, ਰਿਸਿਪਟ ਉਹਦੇ ਕੋਲ ਪਈ ਜਾਂ ਕੋਈ ਵਾਊਚਰ ਉਹਦੇ ਕੋਲ ਪਿਆ ਆ। ਫਿਰ ਸੈਕੰਡ ਪ੍ਰੋਸੈਸ ਸਾਡੇ ਕੋਲ ਜਰਨਲ ਹੁੰਦਾ ਵਾ, ਉਹਦੇ ਵਿੱਚ ਅਸੀਂ ਐਂਟਰੀ ਕਰਨੀ ਹੈ। ਠੀਕ ਹੈ, ਫਸਟ ਸਟੈਪ ਹੋਇਆ। ਹਾਂਜੀ, ਇਹ ਫਸਟ ਸਟੈਪ ਹੋ ਗਿਆ। ਜਰਨਲ ਐਂਟਰੀ ਅਸੀਂ ਕਰਾਂਗੇ ਜੀ। ਫਿਰ ਅਸੀਂ ਲੈਜਰ ਐਂਟਰੀ ਕਰਾਂਗੇ ਜਿਹਨੂੰ ਪੋਸਟਿੰਗ ਬੋਲਦੇ ਆ। ਠੀਕ ਹੈ, ਇਹ ਸਾਡੇ ਕੋਲ ਥਰਡ ਪ੍ਰੋਸੈਸ ਹੋਏਗਾ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਨੈਕਸਟ ਪ੍ਰੋਸੀਜਰ ਆ ਜਾਂਦਾ ਵਾ ਟ੍ਰਾਇਲ ਬੈਲੈਂਸ। ਠੀਕ ਹੈ। ਟ੍ਰਾਇਲ ਬੈਲੈਂਸ ਬੇਸਿਕਲੀ ਕੀ ਹੁੰਦਾ ਵਾ ਕਿ ਜੇਕਰ ਅਸੀਂ ਚੈੱਕ ਕਰਨਾ ਚਾਹੁੰਦੇ ਆ ਕਿ ਸਾਡੀ ਕੋਈ ਕਮੀ ਤੇ ਨਹੀਂ ਰਹਿ ਗਈ, ਅਕਾਊਂਟਸ ਜਦੋਂ ਅਸੀਂ ਮੇਨਟੇਨ ਕੀਤਾ ਵਾ ਉਹਦੇ ਵਿੱਚ ਕੋਈ ਜਿਹੜੀ ਚੀਜ਼ ਹੈ ਜਿਹੜੀ ਸਾਨੂੰ ਨਹੀਂ ਮਿਲ ਰਹੀ, ਠੀਕ ਹੈ, ਉਹਨੂੰ ਲੱਭਣ ਵਾਸਤੇ ਅਸੀਂ ਕਰਦੇ ਹਾਂ। ਪਰ ਮੈਂ ਸਮਝਣਾ ਚਾਹਾਂਗਾ ਕਿ ਜਦੋਂ ਸੋਰਸ ਡਾਕੂਮੈਂਟ ਹੈਗਾ ਆ, ਮੈਂ ਜਰਨਲ ਵਿੱਚ ਐਂਟਰੀ ਕਰ ਲਈ, ਉਹਨੂੰ ਸਾਨੂੰ ਲੈਜਰ 'ਚ ਕਰਨਾ ਹੀ ਕਿਉਂ ਪਿਆ? ਉਹ ਲੈਜਰ ਦੇ ਵਿੱਚ ਕਰਾਂਗੇ ਤੇ ਤਾਂ ਹੀ ਸਾਡੇ ਕੋਲ ਸਾਰਾ ਮੇਨਟੇਨ ਰਹੇਗਾ ਨਾ, ਕਿਉਂਕਿ ਲੈਜਰ ਬੇਸਿਕਲੀ ਹੁੰਦਾ ਕੀ ਹੈ, ਉਹਦੇ ਵਿੱਚ ਕ੍ਰੋਨੋਲੋਜੀਕਲ ਆਰਡਰ ਦੇ ਨਾਲ ਸਾਰੇ ਡਾਕੂਮੈਂਟਸ ਰੱਖੇ ਹੁੰਦੇ ਆ, ਕਿਹੜੀ ਤਰੀਕ ਨੂੰ ਅਸੀਂ ਕਿਹੜਾ ਕੰਮ ਕੀਤਾ ਵਾ ਜੀ। ਠੀਕ ਹੈ ਜੀ, ਤਾਂ ਕਿ ਜੇ ਮੈਂ ਮੰਨ ਲਓ ਕਿ ਮੈਂ ਅਕਤੂਬਰ ਮਹੀਨੇ ਦਾ ਸਾਰਾ ਕੁਝ ਆਪਣੀ ਟ੍ਰਾਂਜੈਕਸ਼ਨ ਦੇਖਣਾ ਚਾਹੁੰਦਾ ਵਾਂ ਤੇ ਮੈਂ ਲੈਜਰ ਦੇ ਵਿੱਚ ਉਸੇ ਵੇਲੇ ਜਾਵਾਂਗਾ, ਅਦਰਵਾਈਜ਼ ਮੈਨੂੰ ਸੋਰਸ ਡਾਕੂਮੈਂਟ ਤੇ ਪੂਰਾ ਟੈਲੀ ਨਹੀਂ ਹੋਏਗਾ। ਹਾਂ, ਅਗਰ ਮੈਂ ਸੋਰਸ ਤੋਂ ਚਾਹਾਂਗਾ ਫਿਰ ਮੈਨੂੰ ਲੱਗਦਾ ਕਨਫਿਊਜ਼ਨ ਵੱਧ ਜਾਏਗੀ। ਤੇ ਸਿਰਫ ਜਰਨਲ ਵੀ ਨਹੀਂ, ਸਾਨੂੰ ਲੈਜਰ ਤੱਕ ਪਹੁੰਚਣਾ ਪੈਂਦਾ ਹੈ। ਉਸ ਤੋਂ ਬਾਅਦ ਤੁਸੀਂ ਦੱਸ ਰਹੇ ਜੇ ਟ੍ਰਾਇਲ ਬੈਲੈਂਸ। ਹਾਂਜੀ। ਤੇ ਲਾਸਟ ਸਟੈਪ ਤੁਸੀਂ ਕੀ ਕਹੋਗੇ?
ਲਾਸਟ ਹੈ ਫਿਰ ਸਾਡੇ ਕੋਲ ਫਾਈਨੈਂਸ਼ੀਅਲ ਸਟੇਟਮੈਂਟ ਆ ਜਾਂਦੀਆਂ। ਉਹ ਤਿਆਰ ਹੋ ਜਾਏਗੀ ਤੋਂ ਹਾਂਜੀ ਹਾਂਜੀ ਠੀਕ ਆ। ਉਸ ਤੋਂ ਬਾਅਦ ਫਿਰ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਹੋ ਗਿਆ, ਫਿਰ ਸਮਝ ਲਓ ਕਿ ਸਾਡਾ ਸਾਰਾ ਜਿਹੜਾ ਹੈਗਾ ਵਾ ਅਕਾਊਂਟਿੰਗ ਦਾ ਪ੍ਰੋਸੈਸ ਲਗਭਗ ਉਹ ਕੰਪਲੀਟ ਹੋ ਯਾਨੀ 4 ਤੋਂ 5 ਸਟੈਪ ਤੱਕ ਅਸੀਂ ਕਰ ਲਈਏ ਤੇ ਬੱਚਾ ਅਕਾਊਂਟਿੰਗ ਪ੍ਰੋਸੈਸ ਨੂੰ ਸਮਝ ਸਕਦਾ ਹੈਗਾ, ਕਿਉਂਕਿ ਕਈ ਵਾਰ ਤਾਂ ਲੱਗਦਾ ਕਿ ਪਤਾ ਨਹੀਂ ਕਿੰਨਾ ਕੰਮ ਹੈਗਾ। ਇਹੀ ਚੀਜ਼ ਹੈ ਜਿਹੜੀ ਬੇਸਿਕ ਚੀਜ਼ ਹੈ, ਜਿਹੜਾ ਬੱਚੇ ਨੂੰ ਪਤਾ ਲੱਗ ਜੇ ਤੇ ਉਹਦੇ ਮਾਈਂਡ ਦੇ ਵਿੱਚੋਂ ਬੜੀਆਂ ਸਾਰੀਆਂ ਕਨਫਿਊਜ਼ਨ ਦੂਰ ਹੋ ਜਾਂਦੀਆਂ। ਠੀਕ ਆ, ਇਹ ਤੁਸੀਂ ਬੇਸਿਕਸ ਸਾਨੂੰ ਦੱਸੋ ਕਿ ਜਿਵੇਂ ਬੇਸਿਕ ਅਕਾਊਂਟਿੰਗ ਦੇ ਵਿੱਚ ਸਾਡੇ ਕੋਲ 5 ਚੀਜ਼ਾਂ ਆਉਂਦੀਆਂ ਜੀ, ਜਿਹੜੀਆਂ 5 ਐਲੀਮੈਂਟਸ ਨੇ ਜਿਹੜੇ ਕਿ ਬੇਸਿਕ ਅਕਾਊਂਟਿੰਗ ਦੇ ਵਿੱਚ ਅਸੀਂ ਯੂਜ਼ ਕਰਦੇ ਆ, ਜਿਹਦੇ ਵਿੱਚ ਐਸੈਟ ਆ ਜਾਂਦੀ ਹੈ, ਠੀਕ ਆ, ਦੂਸਰੀ ਲਾਇਬਿਲਿਟੀ ਆ ਜਾਂਦੀ ਹੈ, ਤੀਸਰੀ ਸਾਡੇ ਕੋਲ ਇਕੁਇਟੀ ਆ ਜਾਂਦੀ ਹੈ, ਠੀਕ ਹੈ, ਫਿਰ ਸਾਡੇ ਕੋਲ ਆ ਜਾਂਦਾ ਵਾ ਐਕਸਪੈਂਸਸ ਤੇ ਰੈਵਨਿਊ। ਜਿਸ ਤਰ੍ਹਾਂ ਮਤਲਬ ਮੈਂ ਕਹਿੰਦਾ ਹੁੰਦਾ ਕਿ ਬੰਦਾ 5 ਤੱਤੋਂ ਨਾਲ ਬਣਿਆ ਹੋਇਆ ਆ, ਤੁਸੀਂ ਸਮਝਾਉਣ ਦਾ ਜੇ ਕਿ ਜਿਹੜਾ ਅਕਾਊਂਟਿੰਗ ਹੈ ਉਹ 5 ਤੱਤੋਂ ਨਾਲ ਬਣਿਆ ਹੋਇਆ ਹੈ। ਕਿਉਂਕਿ ਅੱਛਾ ਦੀਪਕ ਜੀ, ਮੈਂ ਇਸ ਚੀਜ਼ ਦੇ ਨਾ ਬੜਾ ਸੋਚਦਾ ਹੁੰਦਾ ਆ ਕਿ ਜਦੋਂ ਅਸੀਂ +1 ਚ ਆਏ ਹੈਗੇ ਆ ਜਾਂ ਜਦੋਂ ਅਸੀਂ M.Com ਕਰ ਰਹੇ ਹਾਂ, ਤੁਸੀਂ ਵੀ ਸਾਇੰਸ ਦੇ ਵਿਦਿਆਰਥੀ ਹੈਗੇ ਸੀ ਤੇ ਮੈਂ ਵੀ ਸਾਇੰਸ ਤੋਂ ਫਿਰ ਆਪਾਂ ਇੱਧਰ ਗਏ ਤੇ ਸਾਡੇ ਲਈ ਟੈਕਨੋਲੋਜੀ ਜਿਹੜੀ ਨਾ ਬੜੀ ਨਵੀਂ ਸੀ, ਕਿਉਂਕਿ ਆਹ ਵਰਡ ਤੇ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਜਿਹੜੇ ਆਹ ਵਰਡਸ ਹੈਗੇ ਨੇ, ਆਹ ਟੈਕਨੋਲੋਜੀ ਦੇ ਜਿਹੜੇ ਨਵੇਂ ਸ਼ਬਦ ਹੈਗੇ ਨੇ, ਜੇ ਬੱਚਾ ਇਹਨੂੰ ਕਿਤੇ ਨਾ ਕਿਤੇ ਆਪਣੀ ਨੋਟਬੁੱਕ ਤੇ ਲਿਖ ਲਵੇ ਨਾ ਸ਼ੁਰੂਆਤ 'ਚ, ਬਿਲਕੁਲ ਤੇ ਉਹਨੂੰ ਕਲੀਅਰ ਹੋ ਜਾਣ ਕਿ ਐਸਟ ਆ ਕਿੰਨੂੰ ਰਹੇ ਆ, ਐਕਸਪੈਂਸ ਕਿੰਨੂੰ ਆਖ ਰਹੇ ਆ, ਤੇ ਮੈਨੂੰ ਲੱਗਦਾ ਤੁਸੀਂ ਅੱਜ ਵੀਡੀਓ 'ਚ ਕਲੀਅਰ ਵੀ ਕਰਕੇ ਜਾਓਗੇ ਕਿ ਆ ਜਿਹੜੇ 5 ਵਰਡਸ ਤੁਸੀਂ ਦੱਸ ਰਹੇ ਜੇ ਬੇਸਿਕ ਅਕਾਊਂਟਿੰਗ ਦਾ, ਅਗਰ ਸਾਨੂੰ ਇਹ ਪਤਾ ਲੱਗ ਗਿਆ ਤੇ ਕਿਤੇ ਨਾ ਕਿਤੇ ਅਸੀਂ ਅੱਗੇ ਆਸਾਨੀ ਨਾਲ ਤੁਰ ਪਵਾਂਗੇ। ਐਟਲੀਸਟ ਕੋਸ਼ਿਸ਼ ਸਾਡੀ ਇਹੀ ਹੋਣੀ ਚਾਹੀਦੀ ਹੈ ਬੀਇੰਗ ਕਮਰਸ ਲੈਕਚਰਰ ਕਿ ਬੱਚਾ ਹਰ ਇੱਕ ਚੀਜ਼ ਨੂੰ ਪ੍ਰੈਕਟੀਕਲ ਲਾਈਫ ਨਾਲ ਰਿਲੇਟ ਕਰੇ। ਜੇ ਐਸੈਟ ਹੈ, ਉਹਨੂੰ ਪਤਾ ਲੱਗੇ ਕਿ ਇਹ ਐਸੈਟ ਹੈ ਜਿਹੜੀ ਕਿ ਮੈਂ ਜਿਹੜੀ ਟਰਮ ਯੂਜ਼ ਕਰ ਰਿਹਾ। ਹੁਣ ਉਹਦੇ ਵਿੱਚ 5 ਐਲੀਮੈਂਟ ਮੈਂ ਦੱਸੇ ਸੀਗੇ, ਠੀਕ ਹੈ ਜੀ। ਪਹਿਲੇ 3 ਜਿਹੜੇ ਐਲੀਮੈਂਟ ਹੈਗੇ ਉਹਦੇ ਵਿੱਚ, ਜਿਹਦੇ ਵਿੱਚ ਅਸੀਂ ਐਸੈਟ ਆ ਜਾਂਦੀ ਹੈ, ਤੁਸੀਂ ਉਹ ਪਿਛਲੀ ਸਲਾਈਡ ਦੇ ਵਿੱਚ ਦੇਖੋਗੇ, ਉਹਦੇ ਵਿੱਚ ਪਹਿਲੇ 3 ਜਿਹੜੇ ਸਾਡੇ ਕੋਲ ਹੈਗੇ ਨੇ, ਐਸੈਟ ਆ ਜਾਂਦੀ ਹੈ, ਲਾਇਬਿਲਿਟੀ ਆ ਜਾਂਦੀ ਹੈ ਤੇ ਇਕੁਇਟੀ ਆ ਜਾਂਦੀ ਹੈ। ਠੀਕ ਹੈ, ਇਹ ਜਿਹੜੇ 3 ਐਲੀਮੈਂਟ ਨੇ ਇਹ ਸਾਡੇ ਬੈਲੈਂਸ ਸ਼ੀਟ ਦੇ ਵਿੱਚ ਐਡ ਹੁੰਦੇ ਨੇ। ਅੱਛਾ, ਅਗਰ ਆਪਾਂ ਨੂੰ ਬੈਲੈਂਸ ਸ਼ੀਟ ਕਰਨੀ ਤਾਂ ਆਪਾਂ ਨੂੰ ਇਹਨਾਂ ਤਿੰਨਾਂ ਦਾ ਧਿਆਨ ਰੱਖਣਾ। ਹਾਂਜੀ, ਬਿਲਕੁਲ ਰੱਖਣੇ ਪੈਣਗੇ। ਤੇ ਜਿਹੜੇ ਦੂਸਰੇ 2 ਐਲੀਮੈਂਟ ਨੇ ਜਿਹਦੇ ਵਿੱਚ ਸਾਡੇ ਕੋਲ ਐਕਸਪੈਂਸਸ ਆ ਜਾਂਦੇ ਨੇ ਤੇ ਰੈਵਨਿਊ ਆ ਜਾਂਦਾ, ਇਹ ਸਾਡੇ ਜਿਹੜਾ ਪ੍ਰੋਫਿਟ ਲਾਸ ਅਕਾਊਂਟ ਦੇ ਵਿੱਚ ਮੇਨਟੇਨ ਦੇ ਵਿੱਚ ਅਸੀਂ ਇਹਨੂੰ ਯੂਜ਼ ਕਰੀਦਾ। ਠੀਕ ਹੈ, ਤੁਸੀਂ ਸ਼ੁਰੂਆਤ ਹੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੈਲੈਂਸ ਸ਼ੀਟ ਤੇ ਪ੍ਰੋਫਿਟ ਲਾਸ ਤੇ ਉਹਦੇ ਜਿਹੜੇ 5 ਐਲੀਮੈਂਟ ਹੈਗੇ ਨੇ ਉਹ ਵੀ ਤੁਸੀਂ ਫਰਦਰ ਡਿਵਾਈਡ ਕਰਕੇ ਸਾਨੂੰ ਸਮਝਾ ਦਿੱਤਾ ਆ ਕਿ ਅਸੀਂ ਫਿਰ ਤੋਂ ਤੁਸੀਂ ਦੱਸ ਦਿਓ ਐਸੈਟ, ਲਾਇਬਿਲਿਟੀ ਤੇ ਇਕੁਇਟੀ। ਬਿਲਕੁਲ, ਇਹ ਬੈਲੈਂਸ ਸ਼ੀਟ ਵਿੱਚ ਆਪਾਂ ਲੈ ਰਹੇ ਹਾਂ ਤੇ ਐਕਸਪੈਂਸ ਰੈਵਨਿਊ ਆਪਾਂ ਲੈ ਰਹੇ ਹਾਂ ਪ੍ਰੋਫਿਟ ਤੇ ਲਾਸ ਅਕਾਊਂਟ। ਠੀਕ ਹੈ ਜੀ, ਬਹੁਤ ਕਲੀਅਰ ਹੋ ਰਿਹਾ ਜੀ ਟੌਪਿਕ। ਹਾਂਜੀ। ਹੁਣ ਤੁਸੀਂ ਐਸੈਟ ਬਾਰੇ ਦੱਸ ਦਿਓ ਸਾਨੂੰ। ਹੁਣ ਐਸੈਟ ਜ਼ਿਆਦਾਤਰ ਕੀ ਦੱਸਿਆ ਜਾਂਦਾ ਵਾ ਕਿ ਐਸੈਟ ਅਸੀਂ ਕਹਿੰਦੇ ਆ ਕਿ ਜਿਹੜੀ ਸਾਡੀ ਪ੍ਰਾਪਰਟੀ ਹੈ। ਹਾਂ, ਠੀਕ ਹੈ, ਅਸੀਂ ਜ਼ਿਆਦਾਤਰ ਇਹ ਚੀਜ਼ ਕਹਿ ਦਿੰਦੇ ਆ ਕਿ ਜਿਹੜੀ ਸਾਡੀ ਪ੍ਰਾਪਰਟੀ ਹੈ ਉਹ ਐਸੈਟ ਹੈ। ਬੇਸਿਕਲੀ ਕਮਰਸ ਦੇ ਵਿੱਚ ਪਰ ਐਸੈਟ ਦਾ ਮੀਨਿੰਗ ਥੋੜਾ ਵਾਈਡਰ ਮੀਨਿੰਗ ਹੈ। ਉਹਦੇ ਵਿੱਚ ਕੀ ਹੈਗਾ ਵਾ ਕਿ ਜਿਹੜੀ ਚੀਜ਼ ਦੇ ਅੰਡਰ ਸਾਡਾ ਕੰਟਰੋਲ ਹੈ, ਚਾਹੇ ਉਹ ਸਾਡੀ ਨਹੀਂ ਹੈ, ਤੇ ਅਸੀਂ ਉਹਦੇ ਤੋਂ ਕੋਈ ਫਾਈਨੈਂਸ਼ੀਅਲ ਬੈਨੀਫਿਟ ਲੈ ਸਕਦੇ ਹਾਂ, ਉਹਨੂੰ ਅਸੀਂ ਐਸੈਟ ਡਿਫਾਈਨ ਕਰਦੇ ਹਾਂ, ਉਹਨੂੰ ਐਸੈਟ ਕਹਿ ਰਹੇ ਹਾਂ। ਹਾਂਜੀ, ਜਿਹਦੇ ਫਿਊਚਰ ਦੇ ਵਿੱਚ ਸਾਨੂੰ ਬੈਨੀਫਿਟ ਹੋ ਸਕਦੇ ਆ। ਜਿਵੇਂ ਮੈਂ ਕੋਈ ਚੀਜ਼ ਲੀਜ਼ ਤੇ ਲੈ ਲੈਣਾ, ਹਾਂ, ਠੀਕ ਹੈ, ਉਹ ਮੇਰਾ ਐਸੈਟ ਹੈ। ਹਾਂ, ਉਹ ਮੇਰੀ ਐਸੈਟ ਹੈ, ਠੀਕ ਹੈ, ਕਿਉਂਕਿ ਉਹ ਮੇਰਾ ਨਹੀਂ ਹੈ, ਮੈਂ ਲੀਜ਼ ਤੇ ਲਿਆ ਆ, ਕਹਿ ਸਕਦਾ ਕਿ ਮੇਰਾ ਨਹੀਂ ਆ। ਬਿਲਕੁਲ, ਤੁਸੀਂ ਮੈਂ ਆਪਣਾ ਫਾਈਨੈਂਸ਼ੀਅਲ ਪਰਪਸ ਵਾਸਤੇ ਉਹਨੂੰ ਯੂਜ਼ ਕਰ ਸਕਦਾ, ਉਹ ਤੋਂ ਕੋਈ ਪ੍ਰੋਫਿਟ ਅਰਨ ਕਰ ਸਕਦਾ ਵਾਂ। ਹਾਲਾਂਕਿ ਉਹ ਮੇਰੀ ਨਹੀਂ ਹੈ, ਮੈਂ ਉਹਨੂੰ ਲੀਜ਼ ਦੇ ਉੱਤੇ ਲਿਆ, ਪਰ ਮੇਰਾ ਕੰਟਰੋਲ ਹੈ ਉਹਦੇ ਤੇ, ਕੰਟਰੋਲ ਹੈ ਤੇ ਬਿਜ਼ਨਸ ਦਾ ਫਿਰ ਐਸੈਟ ਹੀ ਕਹਿਲਾਏਗਾ, ਉਹ ਫਿਰ ਐਸੈਟ ਕਹਿਲਾਏਗਾ। ਇਹ ਤਾਂ ਬਹੁਤ ਕਲੀਅਰ ਹੋ ਗਈ ਅੱਜ ਗੱਲ। ਅਦਰਵਾਈਜ਼ ਨਹੀਂ ਤੇ ਅਸੀਂ ਜਿਹੜੀਆਂ ਅਸੀਂ ਸਾਡੀ ਆਪਣੀ ਬਾਇੰਗ ਪ੍ਰਾਪਰਟੀ ਹੁੰਦੀ ਆ ਉਹਨੂੰ ਐਸੈਟ ਦੇ ਵਿੱਚ ਕਾਊਂਟ ਕਰਦੇ ਹਾਂ। ਨਾਰਮਲੀ ਇਹੋ ਹੀ ਸੋਚਿਆ ਹੈ ਕਿ ਜੋ ਮੈਂ ਖਰੀਦ ਲਿਆ, ਜੋ ਮੈਂ ਜਿਹਦਾ ਮਾਲਿਕ ਹੋ ਗਿਆ, ਉਹ ਐਸੈਟ ਹੋ ਗਿਆ। ਮਗਰ ਚਲੋ ਇਹ ਸਾਨੂੰ ਕਲੀਅਰ ਹੋ ਗਿਆ। ਇਸ ਤੋਂ ਬਾਅਦ ਸੈਕੰਡ ਟਰਮ ਹੈਗਾ ਐਕਸਪੈਂਸ। ਹੁਣ ਐਕਸਪੈਂਸ ਕੀ ਹੈਗਾ? ਐਕਸਪੈਂਸ ਅਸੀਂ ਉਸ ਚੀਜ਼ ਨੂੰ ਬੋਲਦੇ ਆ, ਜੇ ਅਸੀਂ ਇਹਦਾ ਇੰਗਲਿਸ਼ ਦਾ ਮੀਨਿੰਗ ਲਵਾਂਗੇ ਅਸੀਂ ਕਵਾਂਗੇ ਖਰਚ ਕਰ ਦਿੱਤਾ ਸੀ। ਹਾਂ, ਖਰਚਾ। ਪਰ ਕਮਰਸ ਦੇ ਵਿੱਚ ਫਿਰ ਅਸੀਂ ਇਹਨੂੰ ਬ੍ਰੌਡ ਵੇ ਨਾਲ ਡਿਫਾਈਨ ਕਰਨਾ। ਐਕਸਪੈਂਸ ਉਹ ਚੀਜ਼ ਹੈ ਜਿਹਦਾ ਅਸੀਂ ਆਲਰੇਡੀ ਪ੍ਰੋਫਿਟ ਲੈ ਚੁੱਕੇ ਹਾਂ। ਐਕਸਪੈਂਸ ਦਾ ਅਗਰ ਅਸੀਂ ਪ੍ਰੋਫਿਟ ਲੈ ਚੁੱਕੇ ਹਾਂ, ਜਿਹਦਾ ਅਸੀਂ ਆਲਰੇਡੀ ਪ੍ਰੋਫਿਟ ਲੈ ਲਿਆ। ਫੋਰ ਐਗਜ਼ਾਮਪਲ, ਮੈਂ EMPLOYE ਰੱਖੇ, ਹਾਂਜੀ, ਮੈਂ ਉਹਨਾਂ ਨੂੰ ਸੈਲਰੀ ਦੇਣਾ, ਠੀਕ ਹੈ, ਕਾਦੇ ਵਾਸਤੇ ਸੈਲਰੀ ਦੇਣਾ? ਕਿ ਉਹ ਮੇਰੇ ਵਾਸਤੇ ਕੰਮ ਕਰਦੇ ਆ, ਠੀਕ ਹੈ, ਉਹ ਮੇਰੇ ਵਾਸਤੇ ਕੰਮ ਕਰ ਚੁੱਕੇ ਆ ਤੇ ਫਿਰ ਹੀ ਮੈਂ ਉਹਨਾਂ ਨੂੰ ਸੈਲਰੀ ਦਊਂਗਾ। ਠੀਕ ਹੈ ਜੀ, ਮਤਲਬ ਕਿ ਮੈਂ ਉਸ ਚੀਜ਼ ਦਾ ਉਹਨਾਂ ਤੋਂ ਪ੍ਰੋਫਿਟ ਆਲਰੇਡੀ ਗੇਨ ਕਰ ਚੁੱਕਾ। ਤਾਂ ਇਹ ਐਗਜ਼ਾਮਪਲ ਦੇ ਰਹੇ ਜੇ ਕਿ ਇਹਦੇ ਵਿੱਚ ਜਿਸ ਤਰ੍ਹਾਂ ਰੈਂਟ ਹੋ ਗਿਆ, ਇਲੈਕਟ੍ਰਿਸਿਟੀ ਹੋ ਗਿਆ, ਸੈਲਰੀ ਹੋ ਗਿਆ, ਇਹ ਮੈਂ ਦਿੱਤਾ ਹੈਗਾ ਆ। ਰੈਂਟ ਮੈਂ ਦੇਤਾ, ਇਲੈਕਟ੍ਰਿਸਿਟੀ ਦਾ ਬਿੱਲ ਦਿੱਤਾ ਹੋਊਗਾ, ਸੈਲਰੀ ਮੈਂ EMPLOYEE ਨੂੰ ਦਿੱਤੀ ਹੋਏਗੀ। ਇਹ ਮੇਰੇ ਐਕਸਪੈਂਸ ਨੇ, ਮਗਰ ਇਹ ਤੋਂ ਮੈਂ ਪ੍ਰੋਫਿਟ ਆਲਰੇਡੀ ਲੈ ਚੁੱਕਿਆ। ਹੁਣ ਦੇਖੋ, ਜੇਕਰ ਅਸੀਂ ਡਿਫਰੈਂਸ ਕਰੀਏ ਐਸੈਟ ਤੇ ਐਕਸਪੈਂਸ ਦਾ, ਉਹਦੇ ਵਿੱਚ ਫਿਊਚਰ ਬੈਨੀਫਿਟ ਹੋਣੇ ਨੇ, ਇਹਦੇ ਵਿੱਚ ਕਰੰਟ ਬੈਨੀਫਿਟ ਲੈ ਚੁੱਕੇ ਆ।
ਠੀਕ ਹੈ ਜੀ, ਇੱਕ ਤਰ੍ਹਾਂ ਅਸੀਂ ਬੱਚੇ ਨੂੰ ਡਿਫਰੈਂਸ ਵੀ ਦੱਸ ਸਕਦੇ ਆ ਇਹਦੇ ਵਿੱਚ। ਹਾਂ, ਇਹ ਬਹੁਤ ਜ਼ਰੂਰੀ ਸੀ। ਬਿਲਕੁਲ, ਕੀ ਹੈਗਾ। ਠੀਕ ਹੈ, ਠੀਕ ਹੈ ਜੀ। ਬਾਕੀ ਲਾਇਬਿਲਿਟੀ ਆ ਜਾਂਦਾ। ਇਹਦੇ ਵਿੱਚ ਕੀ ਹੈਗਾ ਵਾ ਕਿ ਲਾਇਬਿਲਿਟੀ ਸਾਡੇ ਕੋਲ ਹੁੰਦੀ ਹੈ ਜਿਹੜੀ ਕਿ ਅਸੀਂ ਕਿਸੇ ਨੂੰ ਦੇਣੀ ਹੈ। ਦੇਣਦਾਰੀ ਅਸੀਂ ਇਹਨੂੰ ਕਹਿ ਦਿੰਦੇ ਆ ਸਿੰਪਲ ਵਰਡਸ ਦੇ ਵਿੱਚ, ਜਿਹੜੀ ਅਸੀਂ ਉਹਨੂੰ ਚੀਜ਼ ਦੇਣੀ ਹੈ। ਠੀਕ ਹੈ, ਜਿਹਦਾ ਕੋਈ ਆਊਟਸਾਈਡਰ ਕਲੇਮ ਕਰ ਸਕਦਾ, ਇਨਸਾਈਡਰ ਨਹੀਂ। बिजनेस पार्टनर वो नहीं करेगा। ਅਸੀਂ ਬਾਹਰ ਵਾਲੇ ਕੋ ਕਿਸੇ ਕੋ ਕੋਈ ਗੁੱਡਸ ਖਰੀਦ ਲੈਨੇ ਆ, ਬਾਅਦ ਚ ਅਸੀਂ ਉਹਨੂੰ ਪੇਮੈਂਟ ਕਰਨੀ ਹੁੰਦੀ ਹੈ, ਉਹ ਸਾਡੀ ਲਾਇਬਿਲਿਟੀ ਦੇ ਵਿੱਚ। ਐਕਸਟਰਨਲ ਜਿਹੜਾ ਹੈਗਾ ਉਹ ਸਾਡੇ ਕੋ ਉਹਦਾ ਅਸੀਂ ਦੇਣਦਾਰ ਆ, ਉਹ ਉਹਨੂੰ ਮੰਗ ਰਿਹਾ ਹੈਗਾ। ਹਾਂਜੀ ਹਾਂਜੀ। ਮਗਰ ਇੰਟਰਨਲ ਜਿਹੜਾ ਸਾਡਾ ਪਾਰਟਨਰ ਆ ਉਹ ਨਹੀਂ। ਹਾਂਜੀ ਠੀਕ ਹੈ। ਹਾਂਜੀ, ਹੁਣ ਦੇਖੋ ਲਾਇਬਿਲਿਟੀ ਦੇ ਵਿੱਚ ਕੀ ਚੀਜ਼ ਹੈਗੀ ਹੈ ਕਿ ਜਦੋਂ ਅਸੀਂ ਪ੍ਰੋਫਿਟ ਲੋਸ ਅਕਾਊਂਟ ਮੇਨਟੇਨ ਕਰਨਾ ਵਾ ਜੀ ਸਰ, ਇੱਕ ਚੀਜ਼ ਬੜੀ ਜ਼ਰੂਰੀ ਹੈ ਜਿਹੜੀ ਅਸੀਂ ਬੱਚਿਆਂ ਨੂੰ ਮਾਈਂਡ ਦੇ ਵਿੱਚ ਰੱਖਣੀ ਚਾਹੀਦੀ ਹੈ ਜਦੋਂ ਇਹ ਕੰਮ ਕਰਦੇ ਨੇ, ਕਿ ਲਾਇਬਿਲਿਟੀ ਪਹਿਲੇ ਮਾਈਨਸ ਕਰੀਦੀ ਹੈ। ਅੱਛਾ, ਬਿਲਕੁਲ, ਲਾਇਬਿਲਿਟੀ ਸਾਰੀ ਮਾਈਨਸ ਕਰਨ ਤੋਂ ਬਾਅਦ ਜਿਹੜਾ ਸਾਡੇ ਕੋਲ ਪ੍ਰੋਫਿਟ ਅਸੀਂ ਨੈਟ ਸ਼ੋ ਕਰਕੇ ਪਾਰਟਨਰ ਦੇ ਵਿੱਚ ਡਿਵਾਈਡ ਕਰਦੇ ਹਾਂ। ਠੀਕ ਹੈ, ਠੀਕ ਹੈ ਜੀ, ਲਾਇਬਿਲਿਟੀ ਕੱਢਣ ਤੋਂ ਬਾਅਦ। ਠੀਕ ਹੈ ਜੀ। ਤੇ ਇਹ ਫਿਰ ਤੋਂ ਕਲੀਅਰ ਕਰ ਦੋ ਕਿ ਇਹ ਪ੍ਰੋਫਿਟ ਲਾਸ ਚ ਆ ਰਿਹਾ ਹੈ ਕਿ ਬੈਲੈਂਸ ਸ਼ੀਟ ਚ ਆ ਰਿਹਾ ਹੈ? ਇਹ ਬੈਲੈਂਸ ਸ਼ੀਟ 'ਚ ਆ ਰਿਹਾ। ਇਹ ਬੈਲੈਂਸ ਸ਼ੀਟ ਆਪਾਂ ਕਰ ਰਹੇ ਹਾਂ। ਬਿਲਕੁਲ ਬਿਲਕੁਲ ਬਿਲਕੁਲ। ਇਸ ਤੋਂ ਬਾਅਦ ਆ ਕੁਝ ਐਗਜ਼ਾਮਪਲ ਤੋਂ ਨਿਸ਼ਾਨ ਲੈ ਰਹੇ ਜੀ। ਹਾਂਜੀ ਹਾਂਜੀ, ਇਹਦੇ ਵਿੱਚ ਇਹ ਹੈਗਾ ਵਾ ਕਿ ਫੋਰ ਐਗਜ਼ਾਮਪਲ ਅਸੀਂ ਇੱਕ ਕੈਪੀਟਲ, ਠੀਕ ਹੈ ਜੀ, ਇਨਵੈਸਟ ਕੀਤੀ ਹੈ। ਆ ਦੇਖੋ ਤੁਸੀਂ ਇੱਕ ਪਾਸੇ ਲਿਖਿਆ ਹੈ 1 ਲੱਖ ਰੁਪਏ ਲਿਖਿਆ ਆ, 120 ਲਿਖਿਆ ਆ। ਮੰਨ ਲਓ ਮੈਂ ਉਹਦੇ ਵਿੱਚੋਂ 1 ਲੱਖ ਰੁਪਏ ਇਨਵੈਸਟ ਕੀਤਾ ਸੀਗਾ। ਠੀਕ ਹੈ ਜੀ, ਉਹਦੇ ਵਿੱਚੋਂ ਮੈਂ 40,000 ਹੈ ਲੋਨ ਲੈ ਲਿਆ। ਹਾਂਜੀ, ਠੀਕ ਹੈ, ਉਹ ਵੀ ਮੇਰੀ ਕੈਪੀਟਲ ਦੇ ਵਿੱਚ ਐਡ ਹੋ ਜਾਏਗਾ। ਉਹ ਹੁਣ ਤੁਹਾਡਾ ਇੱਕ ਐਸੈਟ ਬਣ ਰਿਹਾ। ਬਿਲਕੁਲ ਬਿਲਕੁਲ, ਐਸੈਟ ਬਣ ਗਿਆ। ਠੀਕ ਹੈ, ਉਹਦੇ ਵਿੱਚ ਮੇਰਾ ਫਾਈਨੈਂਸ਼ੀਅਲ ਕੰਟਰੋਲ ਹੈਗਾ। ਉਹ ਦੇਖੋ ਟੋਟਲ ਦੇ ਵਿੱਚ 140 ਆ, 140 ਸ਼ੋ ਕਰੇਗਾ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਉਹਦੇ ਵਿੱਚੋਂ ਇੱਕ ਮਸ਼ੀਨਰੀ ਪਰਚੇਜ਼ ਕਰ ਲਈ ਹੈ। ਠੀਕ ਹੈ, ਠੀਕ ਹੈ ਜੀ। ਉਹ ਦੇਖੋ ਫਿਰ ਉਹ ਟੋਟਲ ਦੇ ਵਿੱਚੋਂ ਮਾਈਨਸ ਹੋਏਗਾ, ਪਰ ਦੋਵੇਂ 140 ਰਹਿ ਗਏ। ਪਰ ਟੋਟਲ ਸਾਡਾ ਉਹੀ ਰਹੇਗਾ। ਜਿਹੜਾ ਕੈਸ਼ ਹੈ ਉਹਨਾਂ ਮਾਈਨਸ ਹੋ ਜਾਏਗਾ, ਮਸ਼ੀਨਰੀ ਦਾ ਅਮਾਉਂਟ ਹੈ ਉਹਨਾਂ ਹੋ ਜਾਏਗਾ, ਪਰ ਦੋਨੋਂ ਪਾਸੇ ਸਾਡਾ ਟੋਟਲ ਹੈ ਜਿਹੜਾ ਉਹ ਇਕੁਅਲੀ ਆਏਗਾ। ਮੈਂ ਕਈ ਵਾਰ ਬੱਚਿਆਂ ਨੂੰ ਇਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਵੇਖੋ ਕਮਰਸ ਵਿੱਚ ਤੇ ਜਦੋਂ ਆਪਾਂ ਬੈਲੈਂਸ ਸ਼ੀਟ ਕਰ ਰਹੇ ਆ ਨਾ, ਆਨਸਰ ਸਾਨੂੰ ਪਹਿਲਾਂ ਹੀ ਕਲੀਅਰ ਹੋ ਜਾਣਾ ਕਿ ਸਾਡਾ ਸਹੀ ਹੈ ਕਿ ਗਲਤ ਆ, ਕਿਉਂਕਿ ਅਗਰ ਉਹ ਮੈਚ ਕਰ ਗਿਆ ਤਾਂ ਸਹੀ ਆ, ਅਗਰ ਉਹ ਮੈਚ ਨਹੀਂ ਕਰ ਰਿਹਾ ਤਾਂ ਗਲਤ ਆ। ਇਹ ਮੈਨੂੰ ਲੱਗਦਾ ਕਿ ਬੜਾ ਵਧੀਆ ਇੱਕ ਫਾਰਮੂਲਾ ਬੱਚਿਆਂ ਨੂੰ ਵੀ ਵਧੀਆ ਲੱਗਦਾ ਆ ਕਿ ਜੇ ਅਸੀਂ ਮੈਚਿੰਗ ਕਰ ਗਏ ਆ ਤੇ ਉਹਨਾਂ ਨੂੰ ਉਦੋਂ ਹੀ ਸ਼ੋਰ ਹੋ ਜਾਂਦਾ ਕਿ ਅਸੀਂ ਕੁਐਸਚਨ ਕਰਨ ਚ ਕਾਮਯਾਬ ਹੋ ਗਏ ਨੇ। ਬਿਲਕੁਲ ਬਿਲਕੁਲ ਜੀ। ਹਾਂਜੀ, ਉਸ ਤੋਂ ਬਾਅਦ ਸਾਡੇ ਕੋਲ ਡਬਲ ਐਂਟਰੀ ਸਿਸਟਮ ਜੀ। ਠੀਕ ਹੈ ਜੀ, ਇਹ ਚੀਜ਼ ਜਿਹੜੀ ਹੈਗੀ ਹੈ ਬੱਚਿਆਂ ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਕਿ ਜੇ ਇੱਕ ਪਾਸੇ ਡੈਬਿਟ ਹੋਇਆ ਤੇ ਡੈਫੀਨੇਟਲੀ ਦੂਸਰੇ ਪਾਸੇ ਕ੍ਰੈਡਿਟ ਹੋਏਗਾ। ਮੈਂ ਕਈ ਵਾਰ ਪੁੱਛਦਾ ਹੁੰਦਾ ਬੱਚਿਆਂ ਨੂੰ, ਸਮਝਣ ਦੀ ਕੋਸ਼ਿਸ਼ ਕਰਦਾ ਹੁੰਦਾ ਆ ਜਾਂ ਤੁਹਾਡੇ ਵਰਗੇ ਵਿਦਵਾਨਾਂ ਕੋ ਕਿ ਡਬਲ ਐਂਟਰੀ ਕਿਉਂ, ਮਤਲਬ ਮੈਂ ਸਿੰਗਲ ਹੀ ਕਿਉਂ ਨਹੀਂ ਕਰ ਲੈਂਦਾ, ਇੱਕ ਹੀ ਵਾਰ ਮੈਂ ਕਿਉਂ ਨਹੀਂ ਲਿਖ ਲੈਂਦਾ ਹੈਗਾ, ਮੈਂ ਡਬਲ ਐਂਟਰੀ ਕਰਦਾ ਹੀ ਕਿਉਂ? ਕਿਉਂਕਿ ਇਹ ਨਾ ਸਵਾਲ ਲੇਮੈਨ ਤੇ ਖਾਸ ਕਰਕੇ +1 ਦੇ ਬੱਚੇ ਬਹੁਤ ਪੁੱਛਦੇ ਹੈਗੇ ਆ, ਤੇ ਮੈਂ ਉਮੀਦ ਕਰਾਂਗਾ ਤੁਸੀਂ ਅੱਜ ਦੱਸ ਕੇ ਜਾਇਓ। ਐਕਚੁਅਲੀ ਡਬਲ ਐਂਟਰੀ ਅਸੀਂ ਇਸ ਪਰਪਸ ਦੇ ਨਾਲ ਕਰੀਦੀ ਹੈ ਕਿ ਜੇਕਰ ਅਸੀਂ ਮੰਨ ਲਓ ਕਿ ਇਹ ਵੀ ਆਪਣਾ ਚੈੱਕ ਕਰਨਾ ਹੋਏ ਲਾਇਬਿਲਿਟੀ ਐਸੈਟ ਵਗੈਰਾ ਸਾਰਾ ਅਕਾਊਂਟ ਹੈ ਜਿਹੜਾ ਕੀ ਉਹਦੇ ਵਿੱਚੋਂ ਨਿਕਲ ਗਿਆ, ਕੀ ਉਹਦੇ ਵਿੱਚ ਐਡ ਹੋ ਗਿਆ ਕ੍ਰੋਨੋਲੋਜੀਕਲ ਵੇ ਦੇ ਨਾਲ ਜੀ। ਠੀਕ ਹੈ ਜੀ, ਪੂਰੀ ਡੇਟਸ ਦੇ ਨਾਲ ਮੈਂਸ਼ਨ ਕਰਕੇ ਅਸੀਂ ਇਹਦੇ ਵਿੱਚ ਲਿਖਿਆ ਹੁੰਦਾ ਵਾ। ਜੇਕਰ ਅਸੀਂ ਸਿੰਗਲ ਐਂਟਰੀ ਕਰਦੇ ਆ ਤੇ ਫਿਰ ਹੋ ਸਕਦਾ ਹੈ ਕਿ ਜਿਹੜਾ ਦੂਸਰਾ ਅਕਾਊਂਟ ਹੈ ਅਸੀਂ ਉਹਨੂੰ ਪ੍ਰੋਪਰ ਵੇ ਦੇ ਨਾਲ ਮੇਨਟੇਨ ਨਾ ਕਰ ਪਾਈਏ। ਠੀਕ ਹੈ, ਤੇ ਇਸ ਦੇ ਨਾਲ ਫਿਰ ਸਾਡਾ ਟੋਟਲ ਜਿਹੜਾ ਹੁੰਦਾ ਵਾ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਹੈ, ਜਿੰਨੀ ਐਕਸਪੈਂਡੀਚਰ ਹੈ, ਉਹਨੂੰ ਅਸੀਂ ਈਜ਼ੀਲੀ ਜਿਹੜਾ ਹੈਗਾ ਵਾ ਉਹ ਕੈਲਕੂਲੇਟ ਕਰ ਲੈਣੀ ਜੀ। ਬਹੁਤ ਕਲੀਅਰ ਹੋ ਰਿਹਾ। ਤੇ ਇਸ ਤੋਂ ਬਾਅਦ ਟ੍ਰਾਂਜੈਕਸ਼ਨ ਦੀ ਗੱਲ ਕਰ ਰਹੇ ਸੀ ਤੁਸੀਂ। ਹਾਂਜੀ, ਉਸ ਤੋਂ ਬਾਅਦ ਸਾਡੇ ਕੋਲ ਟ੍ਰਾਂਜੈਕਸ਼ਨ ਆ ਗਿਆ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਹੀ ਦੱਸ ਦਿੱਤਾ ਵਾ। ਟ੍ਰਾਂਜੈਕਸ਼ਨ ਦੇ ਵਿੱਚ ਹਮੇਸ਼ਾ ਹੀ ਜਿਹੜੀਆਂ ਡਬਲ ਐਂਟਰੀ ਹੀ ਚੱਲਣੀਆਂ, ਇੱਕ ਪਾਸੇ ਡੈਬਿਟ ਤੇ ਇੱਕ ਪਾਸੇ ਕ੍ਰੈਡਿਟ ਹੋਣਾ ਹੈ। ਠੀਕ ਹੈ, ਕੁਝ ਇਹਦੇ ਵਿੱਚ ਫਿਕਸਡ ਰੂਲ ਹੈਗੇ ਨੇ ਜਿਹੜੇ ਕਿ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਕਿ ਉਹਦੇ ਵਿੱਚ ਕਿ ਕਿਹੜੀ ਚੀਜ਼ ਹਮੇਸ਼ਾ ਡੈਬਿਟ ਹੋਣੀ ਹੈ ਤੇ ਕਿਹੜੀ ਚੀਜ਼ ਕ੍ਰੈਡਿਟ ਹੋਣੀ ਹੈ ਤੇ ਕਦੋਂ ਅਸੀਂ ਉਹਨਾਂ ਨੂੰ ਚੇਂਜ ਕਰਨਾ ਵਾ। ਜ਼ਿਆਦਾਤਰ ਬੱਚਿਆਂ ਦੇ ਵਿੱਚ ਇਹ ਜਿਹੜੀ ਕਨਫਿਊਜ਼ਨ ਜ਼ਰੂਰ ਹੁੰਦੀ ਹੈ ਜਦੋਂ ਲੈਜਰ ਮੇਨਟੇਨ ਕਰਦੇ ਆ। ਹੁਣ ਜਿਵੇਂ ਤੁਸੀਂ ਦੇਖੋ ਐਸੈਟ ਹੈ ਜਿਹੜੀ, ਹਾਂ ਇਹ ਅਸੀਂ ਬਹੁਤ ਡਿਟੇਲ ਸਮਝਣਾ ਚਾਹਾਂਗੇ ਕਿਉਂਕਿ ਜਦੋਂ ਵੀ ਆਪਾਂ ਹੁਣ ਸ਼ੁਰੂ ਤੇ ਕਰ ਦਿੱਤੀ ਐਂਟਰੀਜ਼ ਕਰਨਾ, ਬਿਲਕੁਲ ਬਿਲਕੁਲ, ਮਗਰ ਬੱਚੇ ਨੂੰ ਇਹ ਕਲੀਅਰ ਨਹੀਂ ਹੁੰਦਾ ਕਿ ਕਦੋਂ ਕਿਹੜੀ ਕਰਨੀ ਆ। ਇਹ ਹੁਣ ਤੁਸੀਂ ਕਲੀਅਰ ਕਰੋ। ਇਹ ਕੁਝ 골ਡਨ ਰੂਲ ਕਹਿ ਲਓ ਤੁਸੀਂ ਕਮਰਸ ਦੇ। ਇਹ ਪੱਕੇ ਨੇ, ਇਹ ਪੱਕੇ ਨੇ। ਹਾਂਜੀ ਹਾਂਜੀ, ਇਹਦੇ ਅਕੋਰਡਿੰਗਲੀ ਬੱਚੇ ਨੂੰ ਕਹਿਣਾ ਕਿ ਆਪਣੇ ਮਾਈਂਡ ਦੇ ਵਿੱਚ ਹੀ ਰੱਖਣਾ ਵਾ ਐਸੈਟ ਕਦੋਂ ਅਸੀਂ ਡੈਬਿਟ ਕਰਨੀ ਹੈ ਤੇ ਕਦੋਂ ਅਸੀਂ ਕ੍ਰੈਡਿਟ ਕਰਨੀ ਹੈ। ਫੋਰ ਐਗਜ਼ਾਮਪਲ ਜੇਕਰ ਤੁਸੀਂ ਦੇਖੋ ਕਦੋਂ ਕਰਨੀ ਹੈ, ਜਿਵੇਂ ਬੈਲੈਂਸ ਇਨਕਰੀਜ਼, ਐਸੈਟ ਇਨਕਰੀਜ਼ ਤੇ ਕਿਹੜੇ ਕਾਲਮ ਦੇ ਵਿੱਚ ਆ ਗਿਆ, ਲਿਖਿਆ ਆਇਆ ਉੱਥੇ ਡੈਬਿਟ। ਡੈਬਿਟ ਹੈ। ਜਦੋਂ ਡਿਕਰੀਜ਼ ਫਿਰ ਕ੍ਰੈਡਿਟ।
ਠੀਕ ਹੈ ਠੀਕ ਹੈ ਜੀ। ਮਤਲਬ ਅਗਰ ਮੇਰਾ ਐਸੈਟ ਇਨਕਰੀਜ਼ ਕਰ ਰਿਹਾ ਹੈ ਤਾਂ ਡੈਬਿਟ ਚਲਾ ਜਾਏਗਾ, ਬਿਲਕੁਲ ਤੇ ਜੇ ਉਹ ਡਿਕਰੀਜ਼ ਕਰ ਗਿਆ ਤਾਂ ਫਿਰ ਉਹ Credit ਕ੍ਰੈਡਿਟ ਦੇ ਚਲਾ ਵਿੱਚ ਜਾਏਗਾ। ਮੈਂ 골ਡਨ ਰੂਲ ਹੈ ਜੀ। ਬਿਲਕੁਲ ਠੀਕ ਬਿਲਕੁਲ ਹੈ ਜੀ, ਜੀ, ਇਹਦੇ ਵਿੱਚ ਕੋਈ ਚੇਂਜ ਨਹੀਂ ਹੈ। ਇਸ ਤਰ੍ਹਾਂ ਐਕਸਪੈਂਸ ਦੀ ਗੱਲ ਹੈ, ਠੀਕ ਹੈ। ਅਗੇਨ ਇਨਕਰੀਜ਼ ਡੈਬਿਟ, ਠੀਕ ਇਹ ਹੈ। ਹੁਣ ਬੱਚੇ ਨੂੰ ਕਨਫਿਊਜ਼ਨ ਨਹੀਂ ਹੁੰਦੀ ਕਿ ਐਸੈਟ ਵੀ ਵੱਧ ਰਿਹਾ ਤਾਂ ਵੀ ਆਪਾਂ ਡੈਬਿਟ ਹੀ ਕਰ ਰਹੇ ਹਾਂ, ਤੇ ਮੇਰਾ ਐਕਸਪੈਂਸ ਵੱਧ ਗਿਆ ਤਾਂ ਵੀ ਡੈਬਿਟ ਕਰ ਰਹੇ ਹਾਂ। ਹਾਂਜੀ ਹਾਂਜੀ, ਇਹ ਬੱਚਿਆਂ ਨੂੰ ਕਨਫਿਊਜ਼ਨ ਜਿਹੜੀ ਹੈਗੀ ਹੈ ਨਾ, ਤੁਹਾਨੂੰ ਕਹੀਏ ਕਿ ਕੁਝ ਫਿਕਸਡ ਰੂਲ ਹੈਗੇ ਨੇ ਕਮਰਸ ਦੇ ਵਿੱਚ, ਅਗਰ ਉਹਨੂੰ ਜਿਹੜੇ- ਮੰਨ ਲਈਏ ਚਲਾ ਹਾਂਜੀ, ਲਈਏ ਹਾਂਜੀ। ਤੇ ਫਿਰ ਇਹ ਚੱਲਦਾ ਰਹੇਗਾ। ਹਾਂ ਹਾਂ ਹਾਂ, ਕਈ ਵਾਰੀ ਬੱਚੇ ਕੁਐਸਚਨ ਵੀ ਕਰਦੇ ਆ, ਮੈਂ ਜਨਰਲੀ ਇਹ ਵੀ ਚੀਜ਼ ਪੁੱਛਦੇ ਆ ਕਿ ਦੇਖੋ, ਜੇਕਰ ਅਸੀਂ ਕਮਰਸ ਦੇ ਵਿੱਚ ਆਮ ਮੰਨਿਆ ਜਾਂਦਾ ਹੈ ਕਿ ਜੇਕਰ 골ਡਨ ਰੂਲ ਦੇ ਵਿੱਚ ਕੀ ਕਹਿੰਦੇ ਆ, ਜੇਕਰ ਸਾਡੇ ਕੋਲ ਕੋਈ ਚੀਜ਼ ਆਂਦੀ ਹੈ, ਹਾਂ ਠੀਕ ਹੈ ਨਾ, ਠੀਕ ਗੱਲ ਹੈ। ਅਸੀਂ ਜੇ ਅਸੀਂ ਸੋਚੀਏ ਤੇ ਉਹ ਕੀ ਮਤਲਬ ਹੈ ਕਿ ਉਹ ਚੀਜ਼ ਤੇ ਵੱਧ ਰਹੀ ਹੈ, ਹਾਂ, ਸਾਡੇ ਉਹ ਤੇ ਕੋਲ ਕ੍ਰੈਡਿਟ ਹੋਣੀ ਚਾਹੀਦੀ ਹੈ, ਪਰ ਹੁੰਦੀ ਡੈਬਿਟ ਦੇ ਵਿੱਚ ਐਂਟਰੀ ਹੈ। ਹਾਂ, ਪਰ ਇਹ ਸਮਝ ਲਈਏ ਇੱਕ ਵਾਰ ਆਪਾਂ ਕਿ ਇਹ ਇਸ ਤਰ੍ਹਾਂ ਹੈ ਆ, ਤੇ ਹਾਂਜੀ। ਮਾਡਰਨ ਫਿਰ ਇਕੁਏਸ਼ਨ ਸਾਡੀਆਂ ਬਣਦੀਆਂ ਜਾਣਗੀਆਂ। ਬਿਲਕੁਲ ਬਿਲਕੁਲ ਬਿਲਕੁਲ, ਇਹ ਚੀਜ਼ਾਂ ਨਾ ਜਿਹੜੀਆਂ ਬੱਚੇ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਣੀਆਂ ਪੈਣੀਆਂ ਕਿ ਆ ਜਿਹੜੇ ਕੁਝ ਰੂਲਸ ਨੇ, ਇਹ ਜਿਹੜੇ ਫਿਕਸ ਰੂਲ ਨੇ, ਇਹਦੇ ਅਕੋਰਡਿੰਗਲੀ ਅਸੀਂ ਚੱਲਣਾ ਵਾ। ਠੀਕ ਹੈ, ਐਸੈਟ ਦੀ ਗੱਲ ਹੋ ਗਈ, ਐਕਸਪੈਂਸ ਦੀ ਗੱਲ ਹੋ ਗਈ, ਹਾਂਜੀ, ਹੁਣ ਲਾਇਬਿਲਿਟੀ ਮੈਨੂੰ ਲੱਗਦਾ ਉਲਟਾ ਚੱਲੇਗਾ। ਹਾਂਜੀ ਬਿਲਕੁਲ ਬਿਲਕੁਲ, ਲਾਇਬਿਲਿਟੀ ਤੇ ਬਿਲਕੁਲ ਰਿਵਰਸ ਹੈ। ਉਹਨਾਂ ਨੂੰ ਕਹਿਣਾ ਹੈ ਕਿ ਪਹਿਲੇ ਦੋ ਜਿਹੜੇ ਹੈਗੇ ਆ ਉਸ ਤੋਂ ਬਿਲਕੁਲ ਰਿਵਰਸ ਥੱਲੜੇ ਤਿੰਨ ਹੈਗੇ ਆ ਸਾਡੇ ਕੋਲ। ਅੱਛਾ, ਅਗਰ ਆਪ ਬੇਸਿਕ ਸਮਝ ਲਈ ਤਾਂ ਹੋਰ ਆਸਾਨ ਹੋ ਜਾਏਗਾ। ਹਾਂਜੀ ਹਾਂਜੀ ਬਿਲਕੁਲ ਠੀਕ ਗੱਲ ਹੋ ਗਈ ਤੁਹਾਡੀ ਕਿ ਪਹਿਲਾਂ ਜਿਹੜੇ ਤੁਸੀਂ ਦੋ ਸਮਝਾਤੇ ਉਹ ਇੱਕੋ ਜਿਹੇ ਨੇ, ਹੁਣ ਜਿਹੜੇ ਤੁਸੀਂ ਤਿੰਨਾਂ ਦੀ ਗੱਲ ਕਰਨ ਲੱਗੇ ਜੇ ਉਹ ਵੀ ਇੱਕੋ ਜਿਹੇ ਹੈਗੇ ਨੇ, ਪਰ ਉਹਨਾਂ ਦੇ ਆਪੋਜ਼ਿਟ ਹੈਗੇ ਨੇ। ਤੁਸੀਂ ਲਾਇਬਿਲਿਟੀ ਦਾ ਸਮਝਾ ਹੀ ਦਿਓ ਸਾਨੂੰ। ਬਿਲਕੁਲ, ਹੁਣ ਲਾਇਬਿਲਿਟੀ ਦਾ ਵੀ ਤੁਸੀਂ ਦੇਖੋ, ਜੇਕਰ ਇਨਕਰੀਜ਼ ਹੋਏਗੀ ਤੇ ਫਿਰ ਕ੍ਰੈਡਿਟ ਹੈ, ਜੇਕਰ ਡਿਕਰੀਜ਼ ਹੋਏਗੀ ਤੇ ਫਿਰ ਡੈਬਿਟ ਹੈ। ਡੈਬਿਟ ਸਾਈਡ, ਠੀਕ ਹੈ ਜੀ। ਇਸੇ ਤਰ੍ਹਾਂ ਇਕੁਇਟੀ ਦੇ ਵਿੱਚ ਹੈ, ਜੇਕਰ ਇਨਕਰੀਜ਼ ਹੋਗੀ ਤੇ ਫਿਰ ਸਾਡੇ ਕੋਲ ਕੀ ਹੋਗੀ, ਕ੍ਰੈਡਿਟ, ਜੇ ਡਿਕਰੀਜ਼ ਹੋਗੀ ਤੇ ਫਿਰ ਹੋਗੀ ਡੈਬਿਟ। ਇਸੇ ਤਰ੍ਹਾਂ ਰੈਵਨਿਊ ਦਾ, ਰੈਵਨਿਊ ਜੋ ਸਾਡੀ ਇਨਕਮ ਆ ਰਹੀ ਹੈ। ਬਿਲਕੁਲ 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 ਜੀ, ਠੀਕ ਹੈ ਜੀ। ਉਹ ਤੇ ਸਾਡਾ 골ਡਨ ਰੂਲ ਵੀ ਇਹੀ ਕਹਿੰਦਾ, ਠੀਕ ਹੈ ਜੀ। ਜੇ ਇਨਕਰੀਜ਼ ਹੋਗੀ ਤੇ ਕ੍ਰੈਡਿਟ, ਜੇ ਡਿਕਰੀਜ਼ ਹੋਗੀ ਤੇ ਡੈਬਿਟ। ਠੀਕ ਹੈ। ਠੀਕ ਹੈ ਜੀ, ਇਹ ਸਾਡੀ ਮਾਡਰਨ ਇਕੁਏਸ਼ਨ ਦੇ ਅਕੋਰਡਿੰਗਲੀ ਹੈ। ਪੁਰਾਣਾ ਵੀ ਮੈਥਡ ਪਹਿਲਾਂ ਚੱਲਦਾ ਰਿਹਾ, ਪਰ ਹੁਣ ਅਸੀਂ ਮੈਨੂੰ ਲੱਗਦਾ ਬੇਸਿਕਲੀ ਇਹਨੂੰ ਸਮਝ ਲਈਏ ਤਾਂ ਸਾਡਾ ਜੀਵਨ ਜ਼ਿਆਦਾ ਸੌਖਾ ਹੋ ਜਾਏਗਾ, ਕਿਉਂਕਿ ਅੱਗੇ ਸਾਨੂੰ ਇਹੋ ਹੀ ਕੰਮ ਆਉਣੀ ਹੈਗੀ ਆ। ਤੇ ਪਰ ਬਹੁਤ ਆਸਾਨੀ ਨਾਲ ਤੁਸੀਂ ਸਮਝਾਇਆ ਕਿ 5 ਐਲੀਮੈਂਟ ਹੈਗੇ ਨੇ, ਅਗਰ ਉਹਨਾਂ ਨੂੰ ਆਪਾਂ ਡਿਵਾਈਡ ਕਰ ਲਈਏ ਦੋ ਵਿੱਚ ਤੇ ਸਮਝ ਲਈਏ ਐਸੈਟ ਐਕਸਪੈਂਸ ਇੱਕ ਸਾਥ ਚੱਲ ਰਹੇ ਨੇ, ਲਾਇਬਿਲਿਟੀ ਇਕੁਇਟੀ ਤੇ ਰੈਵਨਿਊ ਇੱਕ ਸਾਥ ਚੱਲ ਰਹੇ ਨੇ। ਇਹਨਾਂ ਦਾ 골ਡਨ ਰੂਲ ਮਤਲਬ ਜਸਟ ਇੱਕ ਵਾਰ ਪੜ੍ਹਨ ਦੀ ਲੋੜ ਹੈਗੀ ਆ, ਤੇ ਫਿਰ ਇਹ ਮੈਨੂੰ ਲੱਗਦਾ ਹੈ ਕਿ ਕਦੇ ਵੀ ਸਾਨੂੰ ਇੱਕ ਕਨਫਿਊਜ਼ਨ। ਹੋਰ ਕੁਐਸਚਨ ਜਿਹੜੇ ਬੱਚੇ ਜ਼ਿਆਦਾਤਰ ਕਰਦੇ ਨੇ ਉਹ ਇਕੁਇਟੀ ਦੇ ਰਿਲੇਟਡ ਕਰਦੇ ਨੇ। ਠੀਕ ਹੈ, ਠੀਕ ਹੈ ਜੀ, ਕਿਉਂਕਿ ਇਕੁਇਟੀ ਕਈ ਜਗ੍ਹਾ ਤੇ ਕੈਪੀਟਲ ਲਿਖਿਆ ਹੁੰਦਾ, ਕਈ ਜਗ੍ਹਾ ਤੇ ਇਕੁਇਟੀ ਲਿਖਿਆ ਹੁੰਦਾ। ਹੁਣ ਕਨਫਿਊਜ਼ਨ ਇਹ ਹੁੰਦੀ ਹੈ ਕਿ ਇਹ ਕੈਪੀਟਲ ਤੇ ਇਕੁਇਟੀ ਇੱਕ ਫਰਕ ਕਿਉਂ ਆ। ਹਾਂ ਕੀ ਹੈ, ਬੇਸਿਕਲੀ ਇਹ ਹੁੰਦਾ ਹੈ ਕਿ ਜੇਕਰ ਤੇ ਸਿੰਗਲ ਪਾਰਟਨਰ ਹੈ, ਮਤਲਬ ਕਿ ਸਿੰਗਲ ਹੀ ਪਰਸਨ ਹੈ, ਉਹ ਤੇ ਕੈਪੀਟਲ ਲਿਖ ਦੇਗਾ। ਦੋ ਹੋਣਗੇ ਚਲੋ ਫਿਰ ਵੀ ਲਿਖ ਦੇਣ ਕੈਪੀਟਲ 1 ਕੈਪੀਟਲ 2, ਠੀਕ ਹੈ। ਜੇਕਰ ਹਜ਼ਾਰਾਂ ਹੀ ਹੋ ਜਾਣ, ਜਿਵੇਂ ਅਸੀਂ ਮਾਰਕੀਟ ਸ਼ੇਅਰ ਕਰਦੇ ਆ, ਕਿੰਨੇ ਸਾਰੇ ਸ਼ੇਅਰ ਹੋਲਡਰ ਹੋ ਜਾਂਦੇ ਕਿਸੇ ਵੀ ਕੰਪਨੀ ਦੇ ਉੱਤੇ, ਹਾਂਜੀ ਠੀਕ ਹੈ। ਫਿਰ ਹਰ ਇੱਕ ਨੂੰ ਕੁਝ ਪਾਰਟ ਹੈ ਉਹ ਅਸੀਂ ਅਲੋਟ ਕਰ ਦਿੰਦੇ ਆ, ਜਿਹਨੂੰ ਅਸੀਂ ਇਕੁਇਟੀ ਬੋਲ ਦਿੰਦੇ ਆ। ਠੀਕ ਹੈ, ਹਾਂ ਮੈਂ ਸਮਝ ਇਸ ਕਰਕੇ ਅਸੀਂ ਇਹ ਟਰਮ ਯੂਜ਼ ਕਰਦੇ ਆ ਇਕੁਇਟੀ। ਇਸ ਲਈ ਬੱਚਿਆਂ ਨੂੰ ਅਸੀਂ ਕਰੀਏ ਕਿ ਕੈਪੀਟਲ ਦੀ ਜਗ੍ਹਾ ਤੇ ਤੁਸੀਂ ਇਕੁਇਟੀ ਵਾਲੀ ਟਰਮਸ ਜ਼ਿਆਦਾ ਫ੍ਰੀਕੁਐਂਟਲੀ ਯੂਜ਼ ਕਰੋ ਕਿ ਤੁਹਾਨੂੰ ਕਨਫਿਊਜ਼ਨ ਨਹੀਂ ਹੋਏਗੀ। ਓਕੇ ਨਹੀਂ ਆ ਬਹੁਤ ਵਧੀਆ ਕਨਸੈਪਟ ਕਲੀਅਰ ਕੀਤਾ। ਦੀਪਕ ਕੁਮਾਰ ਜੀ, ਲੈਕਚਰਰ ਇਨ ਕਮਰਸ, ਤੁਸੀਂ ਹੇਅਰ ਸਕੂਲ ਤੋਂ ਆਏ ਜੇ ਤੇ ਟੀਚਰ ਟ੍ਰੇਨਿੰਗ ਵਿੱਚ ਤੁਸੀਂ ਪਹਿਲਾਂ ਵੀ ਬਹੁਤ ਭੂਮਿਕਾ ਨਿਭਾਉਂਦੇ ਰਹੇ ਜੇ। ਤੇ ਮੈਂ ਦੱਸਣਾ ਚਾਹਾਂਗਾ ਕਿ ਅੱਜ ਜਦੋਂ ਅਸੀਂ ਸਾਰੀ ਛੁੱਟੀਆਂ ਦਾ ਆਨੰਦ ਮਾਣਨ ਡਹਿ ਗਏ ਆ, ਤੁਸੀਂ ਸਰਦੀ ਵਿੱਚ ਨਿਕਲ ਕੇ ਆਏ ਜੇ, ਤੇ ਤੁਹਾਡਾ ਕਿੰਨਾ ਮੰਤਵ ਹੈਗਾ ਕਿ ਜੋ ਮੈਂ ਦੱਸਿਆ ਹੈਗਾ ਉਹ ਬੱਚਿਆਂ ਤੱਕ, ਤੇ ਜਿਹੜਾ 100% ਦੀ ਮੁਹਿੰਮ ਚੱਲ ਰਹੀ ਹੈਗੀ ਆ ਕਿ ਸਾਡੇ ਕਮਰਸ ਦੇ ਬੱਚੇ ਖਾਸ ਕਰਕੇ 100% ਰਿਜ਼ਲਟ ਲੈ ਕੇ ਆਉਣ। ਸਾਰਾ ਸਾਡੇ ਜਿੰਨੇ ਬੋਰਡ ਦੀਆਂ ਕਲਾਸਾਂ ਨੇ, ਖਾਸ ਕਰਕੇ 8ਵੀਂ 10ਵੀਂ 12ਵੀਂ, ਤੇ ਤੁਸੀਂ ਉਹਦੇ ਲਈ ਜਦੋਜਹਿਦ ਕਰ ਰਹੇ ਜੇ, ਐਕਸਟਰਾ ਕਲਾਸਾਂ ਵੀ ਤੁਸੀਂ ਲਗਾ ਰਹੇ ਹੈਗੇ ਜੇ, ਤੇ ਅਸੀਂ ਬਹੁਤ ਧੰਨਵਾਦੀ ਹੈਗੇ ਦੀਪਕ ਕੁਮਾਰ ਜੀ। ਤੁਸੀਂ ਥੈਂਕ ਯੂ ਅੰਮ੍ਰਿਤਪਾਲ ਜੀ।